सतनाम वाहिगुरु सतनाम श्री वाहिगुरु साहिब जी। सलोक महला तीजा। ब्रह्म बिंदै तिसदा ब्रह्मत रहै। एक शब्द लिव लाए। नव निधि 18 सिद्धि पिछै लगिया फिरहे। जो हर हृदय सदा वसाए। ब्रह्म बिंदै तिसदा ब्रह्मत रहै। एक शब्द लिव लाए। नव निधि 18 सिद्धि पिछै लगियां फिरहे। जो हर हृदय सदा वसाए। बिन सतगुर नाउ ना पाइयै। बूझो कर विचार। नानक पूरा भाग सतगुर मिलै। सुख पाए जुग चार। बिन सतगुर नाउ ना पाइयै। बूझो कर विचार। नानक पूरा भाग सतगुर मिलै। सुख पाए जुग चार। वाहिगुरु जी का खालसा वाहिगुरु जी की फतेह। सतनाम वाहिगुरु साहिब जीओ। ज्यों बोलावे त्यों बोले स्वामी। कुदरत कवन हमारी। साध संग नानक जस गायो। जो प्रभ की अत प्यारी। साध संग नानक जस गायो। जो प्रभ की अत प्यारी। पावन पवित्र मुकद्दस अस्थान सचखंड श्री हरिमंदिर साहिब। पावन तख्तां ते सुशोभित हो। सानू माया विचों कढ परमार्थी रस्ता दिखाउण लई धन गुरु ग्रंथ साहिब सच्चे पातशाह जी महाराज ने जो अज अलाही बचन हुक्मनामे के रूप विच बख्शिश किया है। सत्कारयोग सिंह साहिबान जी होरां ने वो पढ़ के सुनाया। आओ जो हुक्म साहिबां ने बख्शिया है उस हुक्म की विचार विचों आपां जीवन की कोई सेध ले सकीए। बिरतियां की एकाग्रता बना के सब तो पहला गुरु फतेह जी सांझ करो। आखो जी वाहिगुरु जी का खालसा वाहिगुरु जी की फतेह। दुनिया के अंदर एक महानता जन्म नूं मिली, पर धार्मिक दुनिया के अंदर महानता कर्म नूं मिली है।
ਇੱਥੇ ਜਨਮ ਕਰਕੇ ਕੋਈ ਉੱਤਮ ਹੋਵੇ ਉਹਨੂੰ ਉੱਤਮ ਨਹੀਂ ਗਿਣਿਆ ਜਾਂਦਾ। ਇੱਥੇ ਕੋਈ ਕਰਮ ਕਰਕੇ ਉੱਤਮ ਹੋਵੇ ਉਹਨੂੰ ਉੱਤਮ ਗਿਣਿਆ ਜਾਂਦਾ ਹੈ। ਇੱਥੇ ਜਿਤਨੀ ਬਾਤ ਹੈ ਸ਼ੁਭ ਅਮਲਾਂ ਦੀ ਹੈ। ਸ਼ੁਭ ਅਮਲ ਨਹੀਂ ਕਿ ਫਿਰ ਦੋਨੋਂ ਰੋਈ, ਫਿਰ ਉਹਦੀ ਜ਼ਿੰਦਗੀ ਦੀ ਪ੍ਰਵਾਨਗੀ ਨਹੀਂ ਹੈ। ਸਾਹਿਬਾਂ ਨੇ ਕਿਰਪਾ ਕੀਤੀ। ਆਮ ਮਨੁੱਖ ਨੇ ਇਹ ਸਮਝ ਲਿਆ ਸੀ ਵੀ ਜੇ ਮੇਰਾ ਜਨਮ ਗਰੀਬੇ ਘਰ ਵਿੱਚ ਹੋਇਆ ਤਾਂ ਸ਼ਾਇਦ ਮੈਂ ਨੀਚ ਹੈ। ਜੇ ਮੇਰਾ ਜਨਮ ਬਹੁਤ ਉੱਚੇ ਘਰਾਣੇ ਵਿੱਚ ਹੋਇਆ ਤੇ ਸ਼ਾਇਦ ਮੈਂ ਪਹਿਲਾਂ ਹੀ ਜਨਮ ਤੋਂ ਹੀ ਧਰਮੀ ਹੈ। ਹਜ਼ੂਰ ਕਹਿਣ ਲੱਗੇ, ਸੱਜਣਾ, ਜਨਮ ਨਾਲ ਨਹੀਂ, ਕਰਮ ਨਾਲ ਬੰਦਾ ਉੱਚਾ ਜਾਂ ਨੀਵਾਂ ਹੁੰਦਾ ਹੈ। ਕਰਮ ਨਾਲ ਬੰਦਾ ਧਰਮੀ ਜਾਂ ਅਧਰਮੀ ਬਣਦਾ ਹੈ। ਤੇਰੇ ਕਰਮ ਧਰਮੀ ਨੇ ਤੇ ਤੈਨੂੰ ਧਰਮੀਆਂ ਵਿੱਚ ਗਿਣਿਆ ਜਾਏਗਾ। ਜੇ ਤੇਰੇ ਕਰਮਾਂ ਦੇ ਵਿੱਚ ਧਰਮ ਨਹੀਂ, ਜੇ ਤੇਰੇ ਕੰਮਾਂ ਵਿੱਚ ਧਰਮ ਨਹੀਂ, ਤਾਂ ਮਾਫ ਕਰੀ, ਤੂੰ ਭਾਵੇਂ ਜਿੰਨੇ ਮਰਜ਼ੀ ਦਾਅਵੇ ਬਣਦਾ ਰਹੇ, ਫਿਰ ਤੂੰ ਮਾਲਕ ਦੇ ਘਰ ਕਬੂਲ ਨਹੀਂ ਹੋ ਸਕਦਾ। ਇੱਥੇ ਤਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਾਂ ਅੰਮ੍ਰਿਤ ਬਾਣੀ ਦਾ ਬਚਨ ਹੈ, ਆਪਨ ਲਿਆ ਜੇ ਮਿਲੇ ਸਭ ਕੋ ਭਾਖਟ ਹੋਏ, ਕਰਮ ਉੱਪਰ ਨਿਬੜੇ ਜੇ ਲੋਚੈ ਸਭ ਕੋਏ। ਕਹਿਣ ਲੱਗੇ, ਜੇ ਆਪਣੇ ਤੌਰ ਤੇ ਬੰਦਾ ਚਾਹੁੰਦਾ ਕਿ ਹਰ ਬੰਦਾ ਚਾਹੁੰਦਾ ਮੈਂ ਭਾਖਟ ਅਮੀਰ ਹੋ ਜਾਵਾਂ, ਮੈਂ ਕਿਉਂ ਗਰੀਬ ਹੋਵਾਂ? ਪਰ ਗੱਲ ਤੇ ਉਦੋਂ ਬਣਨੀ ਹੈ ਕਰਮ ਉੱਪਰ ਨਿਬੜੈ। ਤੇਰੇ ਕਰਮ ਕੀ ਨੇ? ਜੇ ਤੇਰੇ ਕਰਮ ਧਰਮੀ ਨੇ ਤੇ ਤੈਨੂੰ ਧਰਮੀ ਗਿਣਿਆ ਜਾਏਗਾ। ਜੇ ਤੇਰੇ ਕਰਮ ਮਾੜੇ ਨੇ ਤੇ ਫਿਰ ਭਾਵੇਂ ਜਿਤਨਾ ਮਰਜ਼ੀ ਜ਼ੋਰ ਲਾ ਲਈ, ਆਪਣੇ ਕਰਮਾਂ ਦੇ ਉੱਤੇ ਧਰਮ ਦੀ ਮੋਹਰ ਨਹੀਂ ਲਵਾ ਸਕੇਗਾ। ਉਹਨੂੰ ਲੋਕਾਂ ਕਰਮ ਕਾਂਡ ਕਹਿ ਕੇ ਤਿਆਗ ਦੇਣਾ। ਅੱਜ ਮੇਰੇ ਮਾਲਕ ਨੇ ਬੜੀ ਵੱਡੀ ਕਿਰਪਾ ਕੀਤੀ। ਇੱਕ ਮਨੁੱਖ ਦਾ ਜ਼ਿਕਰ ਕੀਤਾ ਹੈ। ਇੱਕ ਬੇਨਤੀ ਇਹ ਵੀ ਕਰਾਂ ਵੀ ਕੱਲਾ ਇਸੇ ਨੂੰ ਕਿਉਂ ਚੁਣਿਆ? ਹਾਲਾਂਕਿ ਜਿਹੜੇ ਹਿੰਦੁਸਤਾਨ ਦੀ ਧਰਤੀ ਦੇ ਮੁਤਾਬਕ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਇਹ ਚਾਰ ਪ੍ਰਮੁੱਖ ਸਨ, ਪਰ ਉਹਨਾਂ ਵਿੱਚੋਂ ਕੱਲੇ ਇੱਕ ਬ੍ਰਾਹਮਣ ਦਾ ਜ਼ਿਕਰ ਬਾਰ-ਬਾਰ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਉਂ ਕੀਤਾ ਹੈ? ਕਿਉਂਕਿ ਬਾਕੀ ਲੋਕਾਂ ਨੇ ਧਰਮ ਦੇ ਨਾਂ ਤੇ ਕਰਮ ਕਾਂਡ ਨਹੀਂ ਕੀਤਾ, ਇਹਨੇ ਧਰਮ ਦੇ ਨਾਂ ਤੇ ਕਰਮ ਕਾਂਡ ਕੀਤਾ ਹੈ। ਹਜ਼ੂਰ ਨੇ ਇਹਨੂੰ ਜ਼ਿਆਦਾ ਨਿਸ਼ਾਨਾ ਬਣਾ ਕੇ ਤੇ ਆਪਣੇ ਵੱਲੋਂ ਗੁਰਬਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਚਨਾਂ ਦੇ ਵਿੱਚ ਬਹੁਤ ਤਵੱਜੋ ਦਿਓ ਜੇ ਤਾਂ ਅੱਜ ਦਾ ਸ਼ਬਦ ਸਮਝ ਲੱਗਣਾ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਕਹਿਣ ਲੱਗੇ, ਸਾਡੇ ਘਰ ਵਿੱਚ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਅਸੀਂ ਤਾਂ ਮੰਨ ਕੇ ਤੁਰਦੇ, ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਸੀਂ ਤਾਂ ਮੰਨ ਕੇ ਤੁਰਦੇ ਹਾਂ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਰ ਕੀਓ ਮੇਰੇ ਰਾਜਨ। ਅਸੀਂ ਕਿਸੇ ਨਾਲ ਪਰਾਈ ਤਾਤ ਨਹੀਂ ਰੱਖਦੇ, ਅਸੀਂ ਕਿਸੇ ਨਾਲ ਈਰਖਾ ਨਹੀਂ ਰੱਖਦੇ। ਗੁਰਮਤ ਕਿਸੇ ਨਾਲ ਵਿਤਕਰਾ ਨਹੀਂ ਰੱਖਦੀ। ਗੁਰਮਤ ਤੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੀ ਹੈ, ਸਾਰਿਆਂ ਲਈ ਇੱਕ ਪਾਵਨ ਬਚਨ ਆਖਦੀ ਹੈ। ਗੁਰਮਤ ਵਿੱਚ ਕੋਈ ਵੱਖਰੇਵਾ ਨਹੀਂ। ਪਰ ਹਾਂ, ਇਹ ਗੱਲ ਜ਼ਰੂਰ ਹੈ, ਇਹ ਜਿੱਥੇ ਜਿੱਥੇ ਲੋੜ ਪਵੇ ਉੱਥੇ ਸਮਝਾਉਂਦੀ ਜ਼ਰੂਰ ਹੈ। ਸਤਿਗੁਰਾਂ ਨੇ ਬਚਨ ਬੜੇ ਪਿਆਰ ਨਾਲ ਸਮਝਾਏ ਨੇ। ਕਹਿਣ ਲੱਗੇ, ਭਲਿਆ, ਜੇ ਤੂੰ ਜਾਤ ਕਰਕੇ ਆਪਣੇ ਆਪ ਨੂੰ ਬ੍ਰਾਹਮਣ ਮੰਨਦਾ ਹੈ ਤਾਂ ਮੈਂ ਤੈਨੂੰ ਸਿਖਾਉਣਾ ਚਾਹੁੰਦਾ, ਤਾਂ ਮੈਂ ਤੈਨੂੰ ਦੱਸਣਾ ਚਾਹੁੰਦਾ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਕਹਿਣ ਲੱਗੇ, ਜਿਹੜੇ ਬ੍ਰਹਮ ਨੂੰ ਬਿੰਦਦੇ ਨੇ, ਜਿਹੜੇ ਬ੍ਰਹਮ ਨੂੰ ਚੇਤਾ ਕਰਦੇ ਨੇ, ਜਿਹੜੇ ਬ੍ਰਹਮ ਦੀ ਪਹਿਚਾਣ ਕਰ ਲੈਂਦੇ ਨੇ, ਜਿਹੜੇ ਬ੍ਰਹਮ ਨੂੰ ਸਮਝ ਲੈਂਦੇ ਨੇ, ਜਿਹੜੇ ਬ੍ਰਹਮ ਦੀ ਦੁਨੀਆ ਨੂੰ ਸਮਝ ਲੈਂਦੇ ਨੇ, ਅਸਲ ਸਾਡੇ ਘਰ ਵਿੱਚ ਉਹ ਬ੍ਰਾਹਮਣ ਹੈ। ਅਸੀਂ ਜਾਤ ਦਾ ਬ੍ਰਾਹਮਣ ਨਹੀਂ ਮੰਨਦੇ, ਅਸੀਂ ਕਰਮ ਦੇ ਬ੍ਰਾਹਮਣ ਨੂੰ ਮੰਨਦੇ ਹਾਂ। ਫਿਰ ਇੱਕ ਵਾਰੀ ਬਚਨਾਂ ਵੱਲ ਖਿਆਲ ਕਰਿਓ ਜੇ। ਹਜ਼ੂਰ ਨੇ ਬਾਣੀ ਵਿੱਚ ਬੜੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਡੇ ਘਰ ਵਿੱਚ ਉਹ ਬ੍ਰਾਹਮਣ ਹੈ ਜਿਹੜੇ ਮਨੁੱਖ ਦੇ ਕਰਮ ਬ੍ਰਾਹਮਣਾਂ ਵਰਗੇ ਨੇ, ਜਿਹੜੇ ਮਨੁੱਖ ਦੇ ਕੰਮ ਰੱਬ ਵਰਗੇ ਨੇ, ਜਿਹੜੇ ਮਨੁੱਖ ਦੇ ਕੰਮ ਧਰਮ ਵਰਗੇ ਨੇ, ਉਹ ਮਨੁੱਖ ਸਾਡੇ ਘਰ ਵਿੱਚ ਬ੍ਰਾਹਮਣ ਹੈ। ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਹਾਂ, ਜਿਹੜਾ ਦੂਜੇ ਪਾਸੇ ਦਾ ਬ੍ਰਾਹਮਣ ਹੈ, ਐਸੇ ਲੋਕਾਂ ਨੂੰ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਕਹਿਣ ਲੱਗੇ, ਐਸੇ ਬ੍ਰਾਹਮਣ ਡੂਬੇ ਭਾਈ ਨਿਰਾ ਅਪਰਾਧ ਚਿਤਵੇਂ ਬੁਰਿਆਈ। ਫਿਰ ਤੂੰ ਭਾਵੇਂ ਬ੍ਰਾਹਮਣਾਂ ਦੇ ਘਰ ਵੀ ਕਿਉਂ ਨਾ ਪੈਦਾ ਹੋਇਆ ਹੋਵੇਂ, ਜੇ ਤੇਰੇ ਜੀਵਨ ਦੇ ਅੰਦਰ ਨਿਰਾ ਅਪਰਾਧ ਹੈ, ਦੂਜਿਆਂ ਦੀ ਬੁਰਾਈ ਚਿਤਵਣਾ ਹੈ, ਕਿਸੇ ਦਾ ਬੁਰਾ ਕਰਨਾ ਹੈ, ਫਿਰ ਤੂੰ ਯਕੀਨ ਕਰਕੇ ਜਾਣੀ ਤੂੰ ਤਰ ਨਹੀਂ ਸਕਦਾ। ਤੇਰੇ ਮਨ ਵਿੱਚ ਭਰਮ ਹੋਵੇਗਾ, ਤੂੰ ਤਰ ਨਹੀਂ ਸਕਦਾ, ਤੂੰ ਡੁੱਬੇਗਾ ਹੀ। ਇੱਕ ਬਚਨ ਕਬੀਰ ਸਾਹਿਬ ਦਾ ਇੱਕ ਹੋਰ ਖਿਆਲ ਵਿੱਚ ਰੱਖਿਓ ਜੀ, ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਉਹਨਾਂ ਨੇ। ਕਹਿਣ ਲੱਗੇ, ਪੰਡਿਆ ਕਵਨ ਕਮਾਤਮ ਲਾਗੇ
बूढ़ों के परिवार सकल चो नाम ना जपो अभागे। वेद पुराण पढ़े का क्या गुण, खर चंदन जस भारा। राम नाम की गत नहीं जानी, कैसे उतर सपारा। धर्म करो सो अधर्म कर थापो, कहने लगे जी बदो सो धर्म कर थापो। अधर्म कहो कत भाई, आपस को मनबर कर थापो। काको कहो कसाई, कहने लगे चलो मैं तेरे कर्मां वल झात मारने, मैनू तेरे कम्मां विचों रब दे प्यारे वाले कम नहीं लभदे। मैनू तेरे कम्मां विचों नहीं लभदा भी तू रब दा प्यारा होवे, तू परमेश्वर दा प्यारा होवे। तेरे कोलों लोक रब दीयां गल्लां सुननियां चाहुंदे सन, तेरे कोलों लोक रब दीयां विचारां सुननियां चाहुंदे सन, पर तू रब दे राह ते भी तुरन वालियां नू कुराहे पा दिता। कबीर इसे लिए भगत कबीर साहब के बचन बड़े विचारयोग ने। कबीर साहब आखते ने, कबीर कागद की ओबरी मस के कर्म कपाट, पाहन बोड़ी प्रथमी पंडित पाड़ी बाट। तू तो रब दे घर नूं जाण वाले लोकां नूं लुट्टण लग पिया। तैनूं तां चाहीदा सी ये तू रब दीयां गल्लां सुणाउण वाले आ, रब दीयां बातां सुणाउंदा, रब दे घर परमेश्वर दे चरनां विच जुड़े होए लोकां नूं निरंकार दे राह ते दसदा भई इस राह ते तू ठोकर तो बच के रब्बी राह ते तुर के इवें मालिक दे घर जाना है। मैं एक बेनती बार बार करांगा तुहानूं, अज दे शब्द नूं बड़ी तवज्जो दे के समझिओ जे, क्योंकि इहदे नाल बड़ा बड़ा वास्ता साडा, बहुत ध्यान दे के समझो ने। हजूर कहने लगे तेरियां दो तस्वीरां मेरे सामने आईयां ने। एक तस्वीर ते तेरी ए जड़ी रब दे कम करदी है, परमेश्वर दे कम करदी है, निरंकार दे कम करदी है। मुबारक ऐसे लोगां नूं, मुबारक ऐसे लोगां नूं जेड़े ब्रह्मणा दे घर जन्म लेके भी अपने आप नूं ब्रह्म दे ज्ञाता, परमेश्वर दे निरंकार दे पुजारी बन गए। उन्हां लोकां नूं नमस्कार। एक शब्द ही पहलों मैं कह दियां, बड़ा प्यारा शब्द बख्शिश किया हजूर ने। कहने लगे तोड़े बंधन होवे मुक्त, सोई ब्रह्मण पूजन जुगत। कहने लगे जेड़ा अपने जीवन दे अंदर बंधनां नूं तोड़ के आजाद होके सच धर्म अपने जीवन विच धारण कर लवे, वो ते साडे घर विच पूजन योग है। असीं तैनूं बहुत उच्चा दर्जा दे के अपने वल्लों सत्कार देने हैं। पर जेड़ा मनुख दूजी तस्वीर ये है, जदों मैं दुनिया च झात मार के देखी सी उदों मैनूं तिन्ने लोकां विचों एक तेरी तस्वीर बड़ी घिनौनी नजर आई। वो तस्वीर किहड़ी है? कादी कूड़ बोल मल खाए। पंक्ति बहुतिआं नूं याद होएगी। कादी कूड़ बोल मल खाए, ब्रह्मण नावे जियां घाए। जोगी जुगत ना जाने अंध, तीने उजाड़े का पंध। जदों तेरी आ तस्वीर सामने आई, ਉਹ ਭਲਿਆ तू ते रब दे घर दा राह दसना सी, तू ही लोकां नूं कुराहे पाउण लग पिया। तू ते रब दे घर दीयां बातां पाउणीਆਂ सन, तू ही लोकां नूं कुराहे पाउण लग पिया। फिर मेरा जी करिया मैं तेरी तस्वीर सुधार दियां, मैं तेरी तस्वीर सुधार दियां। हाँ, तस्वीर सुधारन लग्गिया एक गल पहला मननी पई, एक गल पहला मननी पई। ओ की मननी पई? ओ मननी ए पई जिदन तू जनेऊ पाउण आया सी, मैं तेनू उसे दिन एक गल कहती, सजना मैं तेरा जनेऊ नहीं पाउणा, पर मैं तेनू नफरत नहीं करदा, पर मैं तेन नफरत नहीं करता। उपदेश मेरा चौं वरना कोई साझा रहेगा, खत्तरी ब्राह्मण शूद वैश्य उपदेश चौं वरना को साझा। मैं तेनू उपदेश भी दियांगा, मैं तेनू संगत विच भी बिठावांगा, मैं तेनू पंगत विच भी बिठावांगा, मैं तेनू मान सन्मान भी दियांगा। पर एक गल चेता रखी, जदों तेरी आ तस्वीर मेरे सामने आवेगी, ब्राह्मण नावे जियां घाए, मैं एक काम नहीं जे करना, फिर तेनू मैं अपने घर में स्थान नहीं देनी। गुरु साहब ने भी एक ऐलान कर दिता, गुरु नानक साहब जी ने भी एक ऐलान कर दिता, चौंकड़ मुल अणाया बे चौंके पाया, सिखा कन चढ़ाइया गुर ब्राह्मण थीया, ओ मूआ ओ चढ़ पिया बे तग्गा गया। मैं ये नहीं पाउणा, मेरे कोल ते चाहिदा जेड़ा अपने वल्लों तू परमेश्वर दे दर तो दया कपास संतोख सूत जत गंढी सत वट, ए जनेऊ जी ता है ता पांडे घट, ना ए टुटे ना मल लगे, ना ए जले ना जाए, धन सो मानस नानका जोगल चले पाए। जेड़े ता इहो जिहा जनेऊ पाके ब्राह्मण बनदे ने, मुबारक उन्हां नूं मैं नमस्कार करना। पर जेड़े निरा अपने वल्लों अपराध करदे ने, मैं उन्हां नूं प्रवान नहीं करदा। मैं स्पष्ट कर दिता, तू एक गल आखना,
ਕੰਨ ਵਿੱਚ ਇੱਕ ਗੱਲ ਆਖਦੇ ਨੇ, ਜਦੋਂ ਕੋ ਬੱਕਰਾ ਨੇ ਖਾਇਆ ਸਭ ਕੋ ਆਖੇ ਪਾਏ। ਇਹ ਲੋਕ ਤਾਂ ਤੇਰੀਆਂ ਗੱਲਾਂ ਕਰਨ ਵਾਲੇ ਨੇ, ਇਹ ਤੇ ਤੇਰੇ ਮਗਰ ਲੱਗ ਜਾਂਦੇ ਨੇ। ਪਰ ਯਾਦ ਰੱਖੀ, ਸਿੱਖਾ ਕੰਨ ਚੜਾਈਆ ਗੁਰਬ੍ਰਹਮਣ ਥੀਆ। ਜਦੋਂ ਤੂੰ ਸਿੱਖਾ ਕੰਨ ਵਿੱਚ ਇੱਕ ਸਿੱਖਿਆ ਦਿੰਨੇ ਭਈ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਹਮਣ ਹੈ, ਮੈਂ ਤੈਨੂੰ ਛੱਡ ਦਿੱਤਾ, ਤੇਰਾ ਜਨੇਊ ਤਾਂ ਨਹੀਂ ਪਾਇਆ ਕਿਉਂਕਿ ਮੈਂ ਬ੍ਰਹਮਣ ਗੁਰੂ ਨਹੀਂ ਮੰਨਦਾ। ਦੂਜੀ ਗੱਲ, ਕਿਸੇ ਵੇਲੇ ਸਤਿਗੁਰੂ ਜੀ ਬਨਾਰਸ ਦੀ ਧਰਤੀ ਤੇ ਗਏ, ਗੁਰੂ ਨਾਨਕ ਸਾਹਿਬ ਜੀ ਕਬੀਰ ਸਾਹਿਬ ਨਾਲ ਸਾਂਝ ਪਈ, ਸਤਿਗੁਰਾਂ ਕੁੱਟ ਕੇ ਗਲਵਕੜੀਆਂ ਪਾਈਆਂ। ਕਬੀਰ ਸਾਹਿਬ ਤੂੰ ਐਡੀ ਵੱਡੀ ਗੱਲ ਆਖ ਦਿੱਤੀ ਬਨਾਰਸ ਦੀ ਧਰਤੀ ਤੇ ਰਹਿ ਕੇ। ਮੈਂ ਤਲਵੰਡੀ ਵਿੱਚ ਗੱਲ ਕਹੀ ਸੀ, ਮੈਂ ਤਲਵੰਡੀ ਵਿੱਚ ਗੱਲ ਕਹੀ ਸੀ ਵੀ ਮੈਂ ਜਨੇਊ ਨਹੀਂ ਪਾਉਣਾ ਕਿਉਂਕਿ ਤੂੰ ਕੰਨ ਵਿੱਚ ਸਿੱਖਿਆ ਦਿੰਦਾ ਭਈ ਗੁਰਬ੍ਰਹਮਣ ਥੀਆ। ਪਰ ਮੈਂ ਤਲਵੰਡੀ ਚ ਕਹੀ ਸੀ, ਤੂੰ ਬਨਾਰਸ ਦੀ ਧਰਤੀ ਤੇ ਬੈਠ ਕੇ ਕਹਿ ਦਿੱਤੀ ਬਾਹਮਣ ਗੁਰੂ ਹੈ ਜਗਤ ਕਾ, ਭਗਤਨ का गुरु ना है, अर्ज उर्ज के पच मुआ, चारों वेदों ना है। तू भी नहीं मानदा, मैं भी नहीं मानदा, आप इकट्ठे हो जाइए, एक थां ते बैठ के सच दा होका लाइए, इस जाल विचों कढ के लोकां नूं धर्म दी गल समझाइए। ओ ब्राह्मण पूजन जुगत है जिहड़ा रब दीयां बातां पाउंदा है, ਉਹ ਬ੍ਰਾਹਮਣ ਮੰਨਣ ਯੋਗ ਹੈ ਜਿਹੜਾ ਬ੍ਰਹਮ ਦੀਆਂ ਗੱਲਾਂ ਕਰਦਾ ਹੈ, ਜਿਹੜਾ ਬ੍ਰਹਮ ਦੀਆਂ ਬਾਤਾਂ ਪਾਉਂਦਾ ਹੈ। ਜਿਹੜਾ ਨਿਰਾ ਅਪਰਾਧ ਚਿਤਵੇ ਬੁਰਾਈ ਹੈ ਉਹਨੂੰ ਸਾਹਿਬ ਕਹਿੰਦੇ ਮੈਂ ਆਪਣੇ ਦਰ ਤੇ ਪ੍ਰਵਾਨ ਨਹੀਂ ਕਰਦਾ, ਆਪਣੇ ਦਰ ਤੇ ਕਬੂਲ ਨਹੀਂ ਕਰਦਾ। ਹਾਂ, ਸਾਨੂੰ ਨਫ਼ਰਤ ਕੋਈ ਨਹੀਂ ਹੈ, ਤੈਨੂੰ ਬਰਾਬਰ ਦਾ ਦਰਜਾ ਦੇਾਂਗੇ। ਫਿਰ ਗੱਲ ਨੂੰ ਚੇਤੇ ਰੱਖਿਓ ਜੀ, ਇੱਕ ਹੀ ਗੱਲ ਨੂੰ ਸਮਝ ਕੇ ਤੁਰਿਓ। ਹਜ਼ੂਰ ਦੀ ਬਾਣੀ ਵਿੱਚ ਵੀ ਪਹਿਲਾਂ ਮੈਂ ਇੱਕ ਛੋਟੀ ਜੀ ਗਾਥਾ ਕਹਿਦੀ ਹਾਂ। ਭਗਤ ਨਾਮਦੇਵ ਜੀ ਰੱਬ ਦੀ ਇਬਾਦਤ ਕਰਨ ਵਾਸਤੇ ਰੱਬ ਦਾ ਘਰ ਸਮਝ ਕੇ ਆ ਗਏ। ਬਾਣੀ ਦੇ ਬਚਨ ਨਾਲ ਲੈ ਕੇ ਚੱਲੀਏ। ਹਸਤ ਖੇਲਤ ਤੇਰੇ ਦੇਵਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਦੋਸ਼ ਕੀ ਲਾਇਆ ਮੇਰੇ ਤੇ? ਉੱਚੀਆਂ ਜਾਤੀਆਂ ਵਾਲਿਆਂ ਨੇ ਦੋਸ਼ ਇਹ ਲਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਰੱਬਾ ਜਨਮ ਤੇ ਮੇਰੇ ਵੱਸ ਨਹੀਂ ਨਾ, ਇਹ ਮੈਨੂੰ ਧੱਕਾ ਮਾਰ ਕੇ ਮੰਦਰ ਵਿੱਚੋਂ ਤਾਂ ਕੱਢ ਰਹੇ ਨੇ ਵੀ ਤੂੰ ਛੀਪੇ ਦੇ ਜਨਮ ਕਿਉਂ ਆਇਆ, ਛਿੰਬਿਆਂ ਦੇ ਘਰ ਕਿਉਂ ਜੰਮਿਆ, ਤੂੰ ਉੱਤਮ ਜਾਮਿਆਂ ਵਿੱਚ ਕਿਉਂ ਨਹੀਂ ਆਇਆ। ਤੂੰ ਜੇ ਮੰਦਰ ਵਿੱਚ ਆਉਣਾ ਸੀ ਤੈਨੂੰ ਕਿਸੇ ਉੱਚੇ ਬੰਦੇ ਦੇ ਘਰ ਜਨਮ ਲੈਣਾ ਸੀ। ਰੱਬਾ ਜਨਮ ਤੇ ਤੇਰੀ ਦਿੱਤੀ ਹੋਈ ਦਾਤ ਹੈ। ਇਹ ਲੋਕ ਮੈਨੂੰ ਧੱਕੇ ਮਾਰਦੇ ਨੇ ਤੇ ਉਹਨਾਂ ਨੇ ਆਖਿਰਕਾਰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਛਿਪੇ ਕੇ ਜਨਮ ਕਾਹੇ ਕੋ ਆਇਆ, ਲੈ ਕੰਬਲੀ ਚਲਿਓ ਪਲਟਾਏ, ਦਿਉਰੇ ਪਾਛੇ ਬੈਠਾ ਜਾਏ, ਜੋ ਜੋ ਨਾਮ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਉਰਾ ਫਿਰੈ। ਇੱਕ ਵਕਤ ਆਇਆ ਜਦੋਂ ਭਗਤ ਨਾਮਦੇਵ ਜੀ ਨੂੰ ਬਾਹਰ ਧੱਕੇ ਦੇ ਕੇ ਕੱਢ ਦਿੱਤਾ, ਆਖਿਰਕਾਰ ਇਕਾਂਤ ਵਿੱਚ ਬੈਠ ਕੇ ਆਪਣੇ ਸਾਈਂ ਨੂੰ ਯਾਦ ਕਰਨ ਲੱਗ ਪਿਆ। ਕਹਿਣ ਲੱਗਿਆ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਮਈਆ, ਆਲਾ ਬੰਤੀ ਇਹ ਭ੍ਰਮ ਜੋ ਹੈ ਮੁਝ ਉੱਪਰ ਸਭ ਕੋਪਲਾ। ਰੱਬਾ ਇਹ ਤਾਂ ਮੈਨੂੰ ਧੱਕੇ ਮਾਰਦੇ ਨੇ। ਰੱਬ ਨੇ ਬਚਨ ਆਖਿਆ, ਕਹਿਣ ਲੱਗੇ ਭਲਿਆ ਸ਼ੁਕਰ ਹੈ ਅੱਜ ਨਿਰੰਕਾਰ, ਕਹਿਣ ਲੱਗਿਆ ਸ਼ੁਕਰ ਹੈ ਅੱਜ ਤੈਨੂੰ ਇਹਨਾਂ ਨੇ ਧੱਕੇ ਮਾਰ ਕੇ ਮੰਦਰਾਂ ਵਿੱਚੋਂ ਕੱਢਿਆ। ਕਹਿਣ ਲੱਗੇ ਰੱਬਾ ਮੇਰੇ ਧੱਕੇ ਮਾਰਨ ਤੇ ਤੂੰ ਵੀ ਖੁਸ਼ ਹੈ? ਕਹਿਣ ਲੱਗੇ ਮੈਂ ਬਹੁਤ ਖੁਸ਼ ਹੈ। ਇਹਨਾਂ ਨੇ ਮੰਦਰ ਬਣਾਏ, ਧਰਮ ਦੀਆਂ ਗੱਲਾਂ ਕੀਤੀਆਂ ਪਰ ਉਹ ਨਹੀਂ ਕੁਝ ਕੀਤਾ। ਸ਼ੁਕਰ ਹੈ ਅੱਜ ਇਹਨਾਂ ਨੇ ਮੰਦਰਾਂ ਵਿੱਚੋਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਮੈਂ ਤੈਨੂੰ ਹਰਮੰਦਰ ਵਿੱਚ ਬਿਠਾ ਦਿਆਂ ਜਿੱਥੇ ਮੁੜ ਕੇ ਕੋਈ ਤੈਨੂੰ ਧੱਕਾ ਨਹੀਂ ਮਾਰੇਗਾ। ਮੈਂ ਤੈਨੂੰ ਮੰਦਰ ਵਿੱਚੋਂ ਧੱਕੇ ਮਾਰੇ ਹੋਏ ਨੂੰ ਹਰਮੰਦਰ ਵਿੱਚ ਬਿਠਾ ਦਿਆਂ ਜਿੱਥੇ ਲੋਕ ਤੈਨੂੰ ਧੱਕੇ ਨਹੀਂ ਮਾਰਨਗੇ, ਬਲਕਿ ਧੱਕੇ ਖਾਣ ਵਾਲੇ ਲੋਕ ਤੇਰੇ ਕੋਲ ਆ ਕੇ ਬੇਨਤੀ ਕਰਿਆ ਕਰਨਗੇ, ਉਹ ਨਾਮਦੇਵ ਰੱਬ ਦੀਆਂ ਗੱਲਾਂ ਕਰਨ ਵਾਲਿਆ, ਮੈਂ ਅੱਜ ਤੇਰੇ ਕੋਲੋਂ ਧਰਮ ਦੀਆਂ ਗੱਲਾਂ ਸਿੱਖਣ ਆਇਆ। ਅੱਜ ਮੈਂ ਤੇਰੇ ਕੋਲੋਂ ਧਰਮ ਦੀਆਂ ਵਿਚਾਰਾਂ ਸਿੱਖਣ ਆਇਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੈਂ ਉਹਨਾਂ ਧੱਕੇ ਦੇਣ ਵਾਲਿਆਂ ਨੂੰ ਬਰਾਬਰ ਬਿਠਾ ਲਿਆ, ਪਰ ਜਿਹੜੇ ਧੱਕੇ ਦੇਣ ਵਾਲੇ ਸਨ ਮੈਂ ਉਹਨਾਂ ਨੂੰ ਵੀ ਸਮਝਾ ਦਿੱਤਾ ਭਲਿਆ ਸਾਡੇ ਘਰ ਵਿੱਚ ਵਿਤਕਰਾ ਅੱਜ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਜਿੱਥੇ ਇੱਕ ਪਾਸੇ ਕਬੀਰ ਸਾਹਿਬ ਬੈਠੇ ਨੇ, ਇੱਕ ਪਾਸੇ ਰਵਿਦਾਸ ਜੀ ਬੈਠੇ ਨੇ, ਇੱਕ ਪਾਸੇ ਨਾਮਦੇਵ ਜੀ ਬੈਠੇ ਨੇ, ਯਾਦ ਰੱਖੋ ਜੇ ਇੱਥੇ ਰਾਮਾਨੰਦ ਵੀ ਬੈਠੇ ਨੇ। ਭਗਤ ਰਾਮਾਨੰਦ ਜੀ ਬ੍ਰਹਮਣੀ ਕੁੱਲ ਦੇ ਵਿੱਚੋਂ ਸਨ। ਮੈਂ ਬਰਾਬਰਤਾ ਦਾ ਦਰਜਾ ਦਿੱਤਾ। ਇੱਥੇ ਹੀ ਬਸ ਨਹੀਂ, ਜੇ ਇੱਥੇ ਗੁਰਬਾਣੀ ਵਿੱਚ ਬਾਕੀ ਲੋਕ ਬੈਠੇ ਨੇ ਤਾਂ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਦੇ ਵਿੱਚ ਐਡਾ ਉੱਚਾ ਦਰਜਾ ਦਿੱਤਾ ਹੋਇਆ, ਉਹਨਾਂ ਨੂੰ ਬ੍ਰਾਹਮਣ ਪੂਜਨ ਯੁਕਤ ਮੰਨ ਕੇ ਸੰਭਾਲਿਆ ਹੋਇਆ। ਭਗਤ ਜੈਦੇਵ ਜੀ ਨੇ
याद रखो जे भगत जयदेव जी भी ब्राह्मण सन, भगत रामानंद भी ब्राह्मण सन, भगत जयदेव भी ब्राह्मण सन। उन्होंने गुरु की बाणी दे विच बराबर दर्जा दे के भगत नामदेव दे बराबर बिठा दिता। लै धक्के देण वालिया, लै धक्के खाण वालिया, मैं तेनू एक थां ते बिठा देना। इत्थे कोई किसी नूं धक्के देंदा भी नहीं है, कोई किसी दे धक्के खांदा भी नहीं है, बल्कि धक्के खाण वालियां नूं अपनी गोद विच बिठा के रब दा राह दिखाउंदे ने। इत्थे कोई अंतर नहीं रहन दिता। चरण सिंह सफरी दे बोल दस पिछे भी सांझे करके गया सी, अज मैं फिर बेनती करनी चाहुंदा। उन्हें किड्डे भरमां दीयां गल्लां विचों सानूं कढिया। इह गुरु ग्रंथ दी ज्योति है जिसका प्रतख नजारा है। एक सफे ते नानक बैठा है, दूजे रविदास प्यारा है। इत्थे सोने वांगू उगड़ियां लिखतां ने शेख फरीद दियां, इत्थे कलियां बन के महकदियां सदने दी पाक उम्मीद दियां। इत्थे रब बराबर मिलिया है सनमान कबीर जुलाहे नूं। इत्थे नामदेव कोई शिंबा भी बैठा है खटके लाहे नूं। इत्थे सैननाई भी उतर गया पाया धन्ने ने। ਇਹਦੇ ਇੱਕ ਇੱਕ सुंदर पन्ने ते खिलरे हुए सुंदर पन्ने ने। जब मन चित लाके पढ़े कोई, ध्यान दियो, जब मन चित लाके पढ़े कोई गुरु नौवें दियां सलोकां नूं, फिर लभदा राह हकीकत दा कलयुग दे भुल्लड़े लोकां नूं। जदों कोई मन चित लाके परमेश्वर दी बाणी नूं पढ़े, नौवें पातशाह दे बचनां नूं पढ़े, ਉਹਨੂੰ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਦਿਸ ਜਾਂਦਾ ਹੈ। ਇੱਥੇ ਮੈਂ ਦੋਨਾਂ ਨੂੰ ਇਕੱਠਿਆਂ ਕਰ ਦਿੱਤਾ। ਇੱਥੇ ਸਾਡੇ ਘਰ ਵਿੱਚ ਕੋਈ ਵਿਤਕਰਾ ਨਹੀਂ। ਜੇ ਤੂੰ ਬ੍ਰਾਹਮਣ ਵੀ ਹੋਵੇਂ, ਗੱਲਾਂ ਰੱਬ ਦੀਆਂ ਕਰੇ, ਮੈਂ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥਾਂ ਦੇ ਦਿਆਂਗਾ। ਜੇ ਤੂੰ ਬ੍ਰਾਹਮਣ ਵੀ ਹੋਵੇਂ, ਗੱਲਾਂ ਰੱਬ ਦੀਆਂ ਕਰੇ, ਮੈਂ ਤੈਨੂੰ ਪੰਥ ਵਿੱਚ ਵੀ ਥਾਂ ਦੇ ਦਿਆਂਗਾ। ਮੈਂ ਕੱਲੇ ਗ੍ਰੰਥ ਵਿੱਚ ਹੀ ਨਹੀਂ, ਮੈਂ ਤੈਨੂੰ ਪੰਥ ਵਿੱਚ ਵੀ ਥਾਂ ਦੇ ਦਿਆਂਗਾ। याद रखियो जे पंथ की गल शुरू हो जाती श्री अकाल तख्त साहिब तो। श्री अकाल तख्त साहिब ते गुरु हरगोबिंद साहिब सच्चे पातशाह ने जदों फौज बनाई श्री अकाल तख्त साहिब की, तो जिहड़े जथेदार थापे गए पंज, उन्हां विचों एक भाई परागा है। वह भाई परागा शिबर ब्राह्मण है। याद रखियो जे भाई परागा शिबर ब्राह्मण है। वह शिबर ब्राह्मण जदों बदल के आ गया, गुरु ने उन्होंने प्रमाण कर लिया। भाई परागा श्री अकाल तख्त साहिब ते साजी हुई पहली अकाल सेना, ओदा एक जरनैल है, ओदा एक जथेदार है भाई परागा। भाई परागे दा पुत्र होया भाई द्वारका दास, भाई द्वारका दास दा पुत्र होया भाई हीरानंद, भाई हीरानंद दे पुत्र होए ने दो, जिन्हां दा नाम भाई सती दास, भाई मती दास। याद रखो गुरु के प्यार वाले ये शिबर ब्राह्मणों विचों सन। मैं पंथ विच भी तेनू थां दे दित्ती जदों तू अपनी विचार सुधार के आया। मैं तेनू ग्रंथ विच भी थां दे दित्ती जदों तू अपनी विचार सुधार के आया। मैं चाहुंदा सुधर के आ, फिर मैं तेनू बराबरता का दर्जा दे देंगा। पर जे तू निरा अपने वालों एक जात का हंकार करके अपने वालों सोचे भी मैं बहुत उत्तम हो गया, फिर मेरे घर तेरी प्रवानगी नहीं जी होनी। फिर मैं कहांगा जाबे गए विपरन की रीत, मैं ना करो इनकी प्रतीत। जदों तू सुधर के आवेगा, मैं तेनू पंथ विच भी थां देंगा। जदों तू सुधर के आवेगा, मैं तेनू ग्रंथ विच भी थां देंगा। मैं तेनू दोनों थावां ते थां देंगा। पर जदों तू अपनी तस्वीर बिगाड़ के आएगा, ब्राह्मण नावे जियां घाए, ये तेरी पुरानी आदत है सज्जणा जीवा नाल घाउण दी। उदों मैनू तेरे ते इतराज आउंदा है, उदों मैनू तेरे ते शिकवा आउंदा है। ओ तू तां 30 साल भी याद ना रखिया, तू तां 30 साल भी याद ना रखिया। 30 साल किन्ने हुंदे ने? 30 सालां च लोकां नूं गल्लां नहीं भुलदियां। ਇਹ ਜਿਹੜੇ 1947 ਵਿੱਚ ਉੱਜੜ ਕੇ ਆਏ ਸਨ, ਜਿਨ੍ਹਾਂ ਦੁੱਖ ਦੇਖਿਆ, ਉਹਨਾਂ